ਕਹਿੰਦੇ ਨੇ ਦੇਸ਼ ਦੇ ਲਈ ਲੜਨ ਵਾਲਾ ਫੌਜੀ ਜੇਕਰ ਦੇਸ਼ ਲਈ ਜਾਨ ਦਿੰਦਾ ਤੇ ਉਹ ਸ਼ਹੀਦ ਮੰਨਿਆ ਜਾਂਦਾ। ਇੱਕ ਸ਼ਹੀਦ ਫੌਜੀ ਜਿਹੜਾ ਵਾ ਜਾਂ ਦੇਸ਼ ਲਈ ਲੜ ਕੇ ਕੋਈ ਆਪਣਾ ਅੰਗ ਗਵਾਉਣ ਵਾਲਾ ਜਿਹੜਾ ਕੋਈ ਫੌਜੀ ਆ, ਉਹਦੇ ਪਰਿਵਾਰ ਦੀ ਜ਼ਿੰਮੇਵਾਰੀ ਮਗਰੋਂ ਕਿਸ ਦੀ ਬਣਦੀ ਆ? ਜਿਹੜਾ ਦੇਸ਼ ਲਈ ਆਪਣੀ ਜਾਨ ਗਵਾ ਰਿਹਾ ਜਾਂ ਦੇਸ਼ ਲਈ ਆਪਣਾ ਕੋਈ ਸਰੀਰ ਦਾ ਅੰਗ ਕੋਈ ਆਪਣਾ ਗਵਾ ਰਿਹਾ ਜਾਂ ਨਕਾਰਾ ਹੋ ਰਿਹਾ ਵਾ, ਜਿਹਦੇ ਕਰਕੇ ਬਾਅਦ ਵਿੱਚ ਉਹ ਕੰਮ ਕਰਨ ਤੋਂ ਵੀ ਅਸਮਰੱਥ ਹੁੰਦਾ, ਤੇ ਉਹਦੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਆ ਕਿ ਸਰਕਾਰ ਜਿਹੜੀ ਆ ਉਹਦੇ ਪਰਿਵਾਰ ਦੀ ਸਾਂਭ ਸੰਭਾਲ ਕਰੇ ਜਾਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂ ਕੁਝ ਵੀ ਜਿਹੜੀਆਂ ਆਰਥਿਕ ਲੋੜਾਂ ਨੇ ਉਹਨਾਂ ਦੀਆਂ ਉਹ ਸਰਕਾਰ ਪੂਰੀਆਂ ਕਰੇ। ਪਰ ਕਾਫੀ ਕੇਸ ਹੁੰਦੇ ਰਹਿੰਦੇ ਹਾਂ ਅਸੀਂ ਕਿ ਫੌਜ ਦੇ ਵਿੱਚ ਸ਼ਹੀਦ ਹੋਣ ਤੋਂ ਜਾਂ ਜ਼ਖਮੀ ਹੋਣ ਤੋਂ ਬਾਅਦ ਵਿੱਚ ਜਿਹੜੇ ਆ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਕਈ ਪਰਿਵਾਰ, ਕਈਆਂ ਦੀ ਮਦਦ ਹੁੰਦੀ ਵੀ ਆ, ਇਹ ਨਹੀਂ ਗੱਲ ਨਹੀਂ ਹੁੰਦੀ, ਪਰ ਕਈ ਪਰਿਵਾਰ ਜਿਹੜੇ ਨੇ ਉਹ ਬਾਅਦ ਵਿੱਚ ਆਰਥਿਕ ਤੌਰ 'ਤੇ ਇੰਨੇ ਟੁੱਟ ਜਾਂਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਰੁਲਦੇ ਹੋਏ ਅਸੀਂ ਕਾਫੀ ਖਬਰਾਂ ਇੱਦਾਂ ਦੀਆਂ ਦੇਖ ਚੁੱਕੇ ਹਾਂ। ਇਹੋ ਜਿਹੀ ਹੀ ਇੱਕ ਘਟਨਾ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ। ਵਿਧਾਨ ਸਭਾ ਹਲਕਾ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੌੜਾ ਦੇ ਵਿੱਚ ਅਸੀਂ ਇੱਥੇ ਬੈਠੇ ਹੋਏ ਹਾਂ। ਸਾਡੇ ਨਾਲ ਬੈਠੇ ਹੋਏ ਨੇ ਵੀਰ ਨਿਸ਼ਾਨ ਸਿੰਘ ਜੀ। ਇਹਨਾਂ ਦੇ ਦਾਦਾ ਜੀ ਜਿਨ੍ਹਾਂ ਨੇ ਕਿ ਸੈਕਿੰਡ ਜਿਹੜੀ ਵਰਲਡ ਵਾਰ ਆ ਉਹ ਲੜੀ। ਸੈਕਿੰਡ ਵਰਲਡ ਵਾਰ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਉਹ ਲੜਾਈ ਕੀਤੀ ਤੇ ਕਿਵੇਂ ਮੈਡਲ ਜਿਹੜੇ ਨੇ ਸਾਡੇ ਕੋਲ ਪਏ ਹੋਏ ਨੇ, ਮੈਡਲ ਜਿਹੜੇ ਉਹਨਾਂ ਨੇ ਹਾਸਲ ਕੀਤੇ, ਤੇ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਦਾ ਪਰਿਵਾਰ ਜਿਹੜਾ ਉਹ ਗੁਰਬਤ ਦੇ ਵਿੱਚ ਚਲਾ ਗਿਆ, ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ, ਕੀ ਸਾਰੀ ਵਾਪਰੀ ਉਹਨਾਂ ਦੇ ਨਾਲ ਉਹ ਖੁਦ ਨਿਸ਼ਾਨ ਸਿੰਘ ਜੀ ਹੀ ਆਪਾਂ ਨੂੰ ਦੱਸਣਗੇ। ਹਾਂਜੀ ਵੀਰ ਨਿਸ਼ਾਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? ਮੇਰੇ ਦਾਦਾ ਜੀ ਦਾ ਨਾਮ ਜੀ ਸ਼ਾਮ ਸਿੰਘ। ਉਹਨਾਂ ਨੇ ਸੈਕਿੰਡ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ ਤੇ ਉਹਦੇ ਵਿੱਚ ਲੜਦੇ ਹੋਏ ਉਹ ਇੰਜਰਡ ਹੋ ਗਏ ਸੀਗੇ। ਓਕੇ। ਤੇ ਉਸ ਤੋਂ ਬਾਅਦ 1947 ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਸੀਗੀ। ਓਕੇ। ਤੇ 4 ਮੈਡਲ ਦੇ ਕੇ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀਗਾ। ਓਕੇ। ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਡੇ ਇੱਧਰ ਦਰਿਆ ਦੇ ਕੰਢੇ 'ਤੇ ਥੋੜ੍ਹੀ ਜ਼ਮੀਨ ਦਿੱਤੀ ਗਈ ਗੁਜ਼ਾਰੇ ਵਾਸਤੇ। ਓਕੇ। ਪਰ ਉਹ ਜ਼ਮੀਨ ਇਹੋ ਜਿਹੀ ਜਗ੍ਹਾ 'ਤੇ ਸੀ ਵੀ ਜਿੱਥੇ ਕੋਈ ਫਸਲ ਹੋ ਨਹੀਂ ਪਾਉਂਦੀ ਸੀ। ਓਕੇ। ਤੇ 2-3 ਵਾਰੀ ਪਾਣੀ ਆਇਆ ਤੇ 88 ਦੇ ਪਾਣੀ ਨੇ ਤਾਂ ਉਹ ਜ਼ਮੀਨ ਰਹਿਣ ਨਹੀਂ ਦਿੱਤੀ, ਉਹਨੇ ਆਪਣੇ ਦੇ ਵਿੱਚ ਮਿਲਾ ਲਈ ਤੇ ਉੱਥੇ ਸਾਡਾ ਘਰ ਵੀ ਸਾਡਾ ਰੁੜ ਗਿਆ ਉਸ ਪਾਣੀ ਦੇ ਵਿੱਚ। ਤੇ ਉਸ ਤੋਂ ਹੀ ਫਿਰ ਉੱਠ ਕੇ ਮੇਰੇ ਡੈਡੀ ਦੇ ਸਹੁਰੇ ਸੀਗੇ ਪਿੰਡ ਜੌੜੇ, ਇੱਥੇ ਆ ਕੇ ਵਸ ਗਏ। ਉਹਨਾਂ ਨੇ ਮੇਰਾ ਮਾਮਾ ਜੀ ਕੋਈ ਹੈ ਨਹੀਂ ਸੀਗਾ ਤੇ ਮੇਰੇ ਨਾਨੀ ਨੇ ਸਾਨੂੰ ਆਪਣਾ ਜਗ੍ਹਾ ਇੱਥੇ ਲੈ ਕੇ ਦਿੱਤੀ ਤੇ ਉੱਥੇ ਅਸੀਂ ਆਪਦਾ ਘਰ ਪਾਇਆ ਤੇ ਬਸੇਰਾ ਗੁਜ਼ਾਰਾ ਕਰਨ ਲੱਗ ਪਏ। ਉਹ ਜਿਹੜੀ ਜ਼ਮੀਨ ਸੀਗੀ ਉਹ ਫਿਰ ਅਸੀਂ 1990-91 ਦੇ ਵਿੱਚ ਯਾਨੀ 20,000 ਨੂੰ ਹੀ ਵੇਚਤੀ ਸੀ ਮੇਰੇ ਹਿਸਾਬ ਨਾਲ, ਕਿੱਲੇ ਦੇ ਹਿਸਾਬ ਨਾਲ। ਓਕੇ। ਉਹਦੇ ਵਿੱਚੋਂ ਜਿਹੜਾ ਮੇਰੇ ਦਾਦਾ ਜੀ ਨੇ ਆ ਕਮਰਾ ਤੁਹਾਨੂੰ ਪਿੱਛੇ ਦਿਸਦਾ, ਇਹ ਮਤਲਬ ਕੱਲਾ ਖੜਾ ਕੀਤਾ। ਓਕੇ। ਉਸ ਤੋਂ ਬਾਅਦ ਮੇਰੇ ਦਾਦਾ ਜੀ ਨੇ ਬੜਾ ਸੰਘਰਸ਼ ਕੀਤਾ ਆਪਣੇ ਮਹਿਕਮੇ ਨਾਲ। ਸਮੇਂ-ਸਮੇਂ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਉਹਨਾਂ ਨੂੰ ਚਿੱਠੀ ਪੱਤਰ ਲਿਖਦੇ ਰਹੇ। ਇੱਕ ਵਾਰ ਖੋਸਾ ਦਲ ਸਿੰਘ 1995 ਦੀ ਗੱਲ ਆ, ਉੱਥੇ ਬਾਦਲ ਸਾਹਿਬ ਨੇ ਆਉਣਾ ਸੀ, ਉਦੋਂ ਸਰਕਾਰ ਨਹੀਂ ਸੀ ਵੈਸੇ ਉਹਨਾਂ ਦੀ ਹੈਗੀ। ਓਕੇ। ਤੇ ਸਾਨੂੰ ਕਿਸੇ ਨੇ ਕਿਹਾ ਸੀ ਵੀ ਉਹਨਾਂ ਨੂੰ ਮਿਲੋ, ਤੇ ਉਹਨਾਂ ਨੂੰ ਵੀ ਮਿਲੇ ਸੀ। ਉਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਮਤਲਬ ਤੁਹਾਡੀ ਸਹਾਇਤਾ ਕਰਾਂਗੇ। ਓਕੇ। ਉਸ ਤੋਂ ਬਾਅਦ ਵੀ ਫਿਰ ਐਂ ਹੀ ਲੰਘਦਾ ਗਿਆ ਸਮਾਂ। 1996 ਦੇ ਵਿੱਚ ਮੇਰੇ ਦਾਦਾ ਜੀ ਦੀ ਡੈਥ ਹੋ ਗਈ। ਓਕੇ। ਉਸ ਤੋਂ ਬਾਅਦ ਮੇਰੇ ਡੈਡੀ ਜੀ ਦੀਆਂ ਨਿਗਾਹ ਨਹੀਂ ਹੈ ਨਹੀਂ ਸੀਗੀ। ਓਕੇ। ਉਹ ਕੰਮ ਕਰਨ ਤੋਂ ਅਸਮਰੱਥ ਸੀਗੇ। ਓਕੇ। ਉਹ ਵੀ 2000 ਸਾਲ ਦੇ ਵਿੱਚ ਫਿਰ ਪੂਰੇ ਹੋ ਗਏ। ਠੀਕ ਹੈ। ਅਟੈਕ ਹੋ ਗਿਆ ਉਹਨਾਂ ਨੂੰ। ਓਕੇ। ਮੇਰੀ ਮਾਤਾ ਨੇ ਬੜਾ ਗੁਰਬਤ ਦੇ ਵਿੱਚ ਜ਼ਿੰਦਗੀ ਗੁਜ਼ਾਰੀ। ਓਕੇ। ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਹਨਾਂ ਨੇ ਸਾਨੂੰ ਮੇਰੀ ਪੜ੍ਹਾਈ ਥੋੜ੍ਹਾ ਚਿਰ ਜਾਰੀ ਰੱਖੀ, ਪਰ ਫਿਰ ਵੀ ਮੈਨੂੰ ਪੜ੍ਹਾਈ ਉਹਦੇ ਵਿੱਚ ਛੱਡਣੀ ਪਈ। ਮੈਟ੍ਰਿਕ ਕਰਕੇ ਫਿਰ ਮੈਨੂੰ ਹਟਣਾ ਪਿਆ। ਓਕੇ। ਇਸ ਵਕਤ ਤੁਹਾਡੇ ਕਿੰਨੇ ਬੱਚੇ ਨੇ ਤੁਹਾਡੇ ਤੇ ਤੁਸੀਂ ਕਿਵੇਂ ਗੁਜ਼ਾਰਾ ਕਰ ਰਹੇ ਹੋ ਸਾਰੇ ਪਰਿਵਾਰ ਦਾ? ਮੇਰੀਆਂ 2 ਬੇਟੀਆਂ ਤੇ 1 ਬੇਟਾ ਜੀ। ਓਕੇ। ਇੱਕ ਬੇਟਾ ਮੇਰਾ ਐਤਕੀ 10ਵੀਂ ਕਲਾਸ ਦੇ ਪੇਪਰ ਦਿੱਤੇ ਹੋਏ ਉਹਨੇ।
ਓਕੇ ਬੇਟੀ ਮੇਰੀ ਇੱਕ 9th 'ਚ ਹੋ ਗਈ ਆ, ਇੱਕ 7th 'ਚ ਹੋ ਗਈ ਆ। ਓਕੇ ਤੇ ਇਹਨਾਂ ਦੀ ਪੜ੍ਹਾਈ ਵੀ ਮੈਂ ਕੰਪਨੀਆਂ, ਪ੍ਰਾਈਵੇਟ ਕੰਪਨੀਆਂ ਤੋਂ, ਕੁਝ ਸਰਕਾਰੀ ਬੈਂਕਾਂ ਤੋਂ ਲੋਨ ਲੈ ਕੇ 20-25 ਹਜ਼ਾਰ ਦੇ ਓਕੇ ਉਹਨਾਂ ਨਾਲ ਗੁਜ਼ਾਰਾ ਕੀਤਾ। ਮੇਰੇ ਹਿਸਾਬ ਨਾਲ 2 ਲੱਖ ਰੁਪਈਆ ਮੇਰੇ ਸਿਰੇ ਇਹੋ ਬੈਂਕਾਂ ਦਾ ਕਰਜ਼ਾ ਹੋਣਾ। ਮੇਰੇ ਕੋਲ ਉਹ ਨੋਟਿਸ ਵੀ ਆਏ ਜਿਹੜਾ ਮੈਂ ਤਾਰ ਨਹੀਂ ਸਕਦਾ ਹੁਣ, ਤੇ ਬੈਂਕਾਂ ਨੇ ਮੈਨੂੰ ਨੋਟਿਸ ਵੀ ਭੇਜੇ ਹੋਏ ਆ। ਓਕੇ ਓਕੇ ਤੇ ਉਹ ਲੋਨ ਲੈ ਲੈ ਕੇ ਮੈਂ ਇਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਥੋੜ੍ਹਾ ਬੜਾ ਕਰ ਰਿਹਾ, ਕਿਉਂਕਿ ਮੈਂ ਗ੍ਰੰਥੀ ਸਿੰਘ ਆ। ਓਕੇ ਤੇ ਮੈਂ ਆਪਦਾ ਜਿਹੜਾ ਗੁਜ਼ਾਰਾ ਘਰ ਦਾ 7-8 ਹਜ਼ਾਰ ਰੁਪਏ ਦੇ ਵਿੱਚ ਤਾਂ ਘਰ ਦਾ ਮਸਾ ਰੋਟੀ ਪਾਣੀ ਦਾ ਹੀ ਚੱਲਦਾ। ਬਿਲਕੁਲ, ਬਲਕਿ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੁਣ ਹੋਰ ਆਮਦਨ ਦਾ ਸਾਧਨ ਨਹੀਂ ਹੈ, ਜ਼ਮੀਨ ਵਗੈਰਾ ਜਾਂ ਹੋਰ ਕੋਈ ਸਾਧਨ ਹੈ ਤੁਹਾਡੇ ਕੋਲੇ? ਨਹੀਂ ਜੀ, ਹੋਰ ਮੇਰੇ ਕੋਲ ਕੋਈ ਵੀ ਰੁਜ਼ਗਾਰ ਦਾ ਹੈ ਨਹੀਂ ਸਾਧਨ। ਸਿਰਫ ਇਹੀ ਆ, ਮੈਂ ਆਜ਼ਾਦ ਪਾਠ ਕਰਦਾ। ਮੈਂ ਓਕੇ 7-8 ਹਜ਼ਾਰ ਰੁਪਇਆ ਮਹੀਨੇ ਦਾ ਬਣਦਾ, ਉਹਦੇ ਨਾਲ ਥੋੜ੍ਹਾ ਬਹੁਤਾ ਇਸ ਤਰ੍ਹਾਂ ਲੋਨ ਲੈ ਕੇ ਬੱਚਿਆਂ ਦੀ ਪੜ੍ਹਾਈ ਦਾ। ਹੁਣ ਮੇਰੇ 12,000 ਰੁਪਇਆ ਮੇਰਾ ਵੈਨਾਂ ਦਾ ਬੱਚਿਆਂ ਦਾ ਖੜਾ, ਓਕੇ ਉਹ ਵੀ ਮੈਂ ਦੇਣਾ। ਤੇ ਹਜੇ ਲੋਨ ਦਾ ਮੇਰੇ ਸਾਰਾ ਨੋਟਿਸ ਆਉਂਦੇ ਮੈਨੂੰ ਬੈਂਕਾਂ ਦੇ, ਓਕੇ ਪ੍ਰਾਈਵੇਟ ਕੰਪਨੀਆਂ ਤੋਂ ਵੀ ਕੁਛ ਮੈਂ ਲੋਨ ਲਿਆ। ਓਕੇ ਓਕੇ ਤੇ ਜਿਹੜੇ ਹੁਣ ਤੁਸੀਂ ਮੌਕੇ ਦੇ ਜਿਵੇਂ ਕੈਪਟਨ ਸਾਹਿਬ ਬਾਰੇ ਕਿਹਾ ਜਾਂਦਾ ਕਿ ਉਹ ਫੌਜੀਆਂ ਦੀ ਬਹੁਤ ਜ਼ਿਆਦਾ ਬਾਂਹ ਫੜਦੇ ਨੇ, ਤੇ ਕੈਪਟਨ ਸਾਹਿਬ ਨੇ ਕੋਈ ਚਿੱਠੀ ਪੱਤਰ ਲਿਖਿਆ ਤੁਸੀਂ ਉਹਨੂੰ? ਹਾਂਜੀ, ਇਹ ਪਹਿਲਾਂ ਤਾਂ ਮਤਲਬ 2000 ਤੋਂ ਬਾਅਦ ਜਦੋਂ ਮੇਰੇ ਡੈਡੀ ਪੂਰੇ ਹੋਏ ਆ, ਦਾਦਾ ਜੀ ਦੀ ਡੈਥ ਤੋਂ ਬਾਅਦ, ਤਾਂ ਅਸੀਂ ਜਮਾਂ ਹੀ ਮਤਲਬ ਗਰੀਬੀ ਦੇ ਵਿੱਚ ਰਹਿ ਗਏ। ਸਾਨੂੰ ਮਤਲਬ ਇੰਨੀ ਹੋਸ਼ ਹੀ ਨਹੀਂ ਰਹੀ ਵੀ ਅਸੀਂ ਕਿਸੇ ਨੂੰ ਮਿਲ ਸਕੀਏ। ਓਕੇ ਫਿਰ ਹੁਣ ਥੋੜ੍ਹਾ ਜਿਹਾ ਪਿੱਛੇ 2018 ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਸੀ ਵੀ ਕੈਪਟਨ ਸਾਹਿਬ ਵੀ ਫੌਜੀਆਂ ਦੇ ਪਰਿਵਾਰਾਂ ਨੂੰ ਬੜੀ ਮਦਦ ਕਰਦੇ, ਆਪ ਖੁਦ ਫੌਜੀ ਆ, ਹਾਂਜੀ ਤੇ ਉਹਨਾਂ ਨੂੰ ਤੁਸੀਂ ਮਤਲਬ ਜਾਂ ਕਿਸੇ ਵੀ ਤਰ੍ਹਾਂ ਮਿਲੋ ਜਾਂ ਕੋਈ ਚਿੱਠੀ ਪੱਤਰ ਰਾਹੀਂ। ਉਦੋਂ ਮੈਂ ਉਹਨਾਂ ਨੇ ਚਿੱਠੀ ਲਿਖੀ ਸੀ ਇੱਕ। ਓਕੇ ਉਹ ਚਿੱਠੀ ਸੇਮ ਹੀ ਮੈਂ ਆਪਣੇ ਹਲਕੇ ਦੇ MLA ਸਰਦਾਰ ਕੁਲਵੀਰ ਸਿੰਘ ਜੀਰਾ ਇਹਨਾਂ ਨੂੰ ਵੀ ਲਿਖੀ ਸੀ। ਤੇ ਉਹ ਮੁੱਖ ਮੰਤਰੀ ਦਫ਼ਤਰ 'ਚੋਂ ਉਹਨਾਂ ਨੇ ਫਿਰੋਜ਼ਪੁਰ ਮਿਲਟਰੀ ਦਾ ਦਫ਼ਤਰ ਆ ਕੋਈ, ਉਹਨਾਂ ਨੂੰ ਕਿਹਾ ਸੀਗਾ ਵੀ ਇਸ ਬੰਦੇ ਨੂੰ ਵੀ ਮਦਦ ਮਿਲੋ ਤੇ ਇਹਦਾ ਦੁੱਖ ਦਰਦ ਪੁੱਛੋ। ਓਕੇ ਉਹ ਮਹਿਕਮੇ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਮੇਰੇ ਡਾਕੂਮੈਂਟ ਰੱਖ ਲਏ, ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਪੁੱਛ ਦੱਸ ਨਹੀਂ ਕੀਤੀ। ਮੈਂ 1-2 ਵਾਰ ਗਿਆ ਵੀ, ਉਹਨਾਂ ਨੇ ਕਿਹਾ ਨਹੀਂ। ਕਿੰਨਾ ਚਿਰ ਹੋ ਗਈ ਇਸ ਗੱਲ ਨੂੰ, ਕਿੰਨਾ ਚਿਰ ਹੋ ਗਿਆ? ਇਹ ਸਾਲ ਕੁ ਹੋ ਗਿਆ ਜੀ ਇਸ ਗੱਲ ਨੂੰ। ਅੱਛਾ, ਤੇ ਉਹ ਵੀ ਕਹਿੰਦੇ ਵੀ ਨਹੀਂ, ਤੁਹਾਡੇ ਵਾਸਤੇ ਕੁਝ ਨਹੀਂ ਹੋ ਸਕਦਾ। ਕਿਉਂ, ਕਾਰਨ ਕੀ? ਤੁਸੀਂ ਦੱਸਿਆ ਨਹੀਂ ਸਾਰਾ ਕੁਝ ਕਿ ਮੈਡਲ ਨਹੀਂ ਤੁਸੀਂ ਦਿਖਾਏ ਕਿ ਸਾਡੇ ਦਾਦਾ ਜੀ ਨੇ ਮੈਡਲ ਲਏ ਨੇ, ਇੰਨੀ ਦੇਸ਼ ਵਾਸਤੇ ਇਹਨਾਂ ਨੇ ਕੁਰਬਾਨੀ ਕੀਤੀ ਆ ਤੇ ਕੀ ਲੜੇ ਨੇ, ਤੇ ਸਾਨੂੰ ਕਿਉਂ ਨਹੀਂ ਕੁਝ ਮਿਲ ਸਕਦਾ? ਕਾਰਨ ਉਹਨਾਂ ਨੇ ਕੀ ਦੱਸਿਆ ਤੁਹਾਨੂੰ? ਸਭ ਕੁਝ ਮੈਂ ਦੱਸਿਆ ਜੀ, ਮੈਂ ਮੈਡਲ ਵੀ ਦਿਖਾਏ ਆ, ਸਾਰੇ ਮੈਂ ਡਾਕੂਮੈਂਟ ਦਾਦਾ ਜੀ ਦੇ ਆਪਣੇ ਵੀ ਸਾਰਾ ਕੁਝ ਉਹਨਾਂ ਨੂੰ ਦੱਸਿਆ, ਪਰ ਉਹਨਾਂ ਨੇ ਕੋਈ ਮੈਨੂੰ ਢੁਕਵਾਂ ਜਵਾਬ ਮਤਲਬ ਨਹੀਂ ਦਿੱਤਾ ਇਸ ਚੀਜ਼ ਦੇ ਵਿੱਚ। ਓਕੇ ਤੇ ਮੈਂ ਤੇ ਹੁਣ ਇਹੀ ਕਹਿਣਾ ਵਾ ਵੀ ਜੇ ਮੈਨੂੰ ਸਰਕਾਰ ਵੀ, ਜਿਵੇਂ ਹੁਣ ਪਹਿਲੀ ਤਾਂ ਗੱਲ ਮੈਂ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਕਿ ਮੇਰੇ ਘਰ ਦੇ ਹਾਲਾਤ ਵੇਖ ਕੇ, ਤੇ ਜਿਸ ਤਰ੍ਹਾਂ ਹੁਣ ਫੌਜੀਆਂ ਦੀ ਸਹਾਇਤਾ, ਜਿਵੇਂ ਪਿਛਲੇ ਕੋਈ 4 ਦਿਨਾਂ 'ਚ ਜਿਹੜੇ ਫੌਜੀ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ, ਕਾਫੀ ਪਰਿਵਾਰਾਂ ਨੂੰ। ਹਾਂਜੀ ਹਾਂਜੀ, ਉਸੇ ਬੇਸ 'ਤੇ 10 ਲੱਖ 15 ਲੱਖ ਰੁਪਈਆ ਵੀ ਦਿੰਦੇ ਆ। ਹਾਂਜੀ, ਪਰ ਮੇਰੀ ਬੇਨਤੀ ਆ ਵੀ ਅਸੀਂ ਤਾਂ ਮਤਲਬ ਦੂਸਰੀ ਵਰਲਡ ਵਾਰ ਜਿਹੜੀ ਮੇਰੇ ਦਾਦਾ ਜੀ ਨੇ ਲੜੀ ਆ, ਇਹਨਾਂ ਨੂੰ ਹਾਈਲਾਈਟ ਤਾਂ ਬਹੁਤ ਕੀਤਾ ਸਰਕਾਰਾਂ ਨੇ ਵੀ, ਲੀਡਰਾਂ ਨੇ ਵੀ, ਪਰ ਇਹਨਾਂ ਦੀ ਖਾਤਰ ਕੁਝ ਕੀਤਾ ਨਹੀਂ ਅੱਜ ਤੱਕ। ਓਕੇ, ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਸਾਡਾ ਤਾਂ ਨੁਕਸਾਨ ਹੀ ਬਹੁਤ ਹੋਇਆ ਜੀ। ਅਸੀਂ ਤਾਂ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਵੀ ਕੀਤੀ ਮੇਰੇ ਦਾਦਾ ਜੀ ਨੇ, ਪਰ ਸਰ ਉਹਨਾਂ ਦਾ ਪਰਿਵਾਰ ਤੇ ਆਪ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਗਰੀਬੀ ਦੇ ਵਿੱਚ ਲੰਘਾਈ ਆ। ਓਕੇ, ਅਸੀਂ ਕਿ ਮੇਰੀ ਬੇਨਤੀ ਕੈਪਟਨ ਸਾਹਿਬ ਨੂੰ ਇਹ ਆ ਵੀ ਸਾਨੂੰ 20-25 ਲੱਖ ਰੁਪਈਆ ਘੱਟੋ ਘੱਟ ਮਾਲੀ ਸਹਾਇਤਾ, ਜਿਹਦੇ ਨਾਲ ਅਸੀਂ ਮੁੜ ਵਸੇਬੇ ਵਾਸਤੇ ਆਪਦੇ ਬੱਚਿਆਂ ਦੀ ਚੰਗੀ ਪੜ੍ਹਾਈ, ਉੱਚ ਕੋਟੀ ਦੀ ਪੜ੍ਹਾਈ ਕਰਵਾ ਸਕਾਂ ਮੈਂ। ਇੱਕ ਮੇਰੇ ਬੇਟੇ ਨੂੰ ਜਾਂ ਤਰਸ ਦੇ ਆਧਾਰ 'ਤੇ ਕੋਈ ਨੌਕਰੀ ਦਿੱਤੀ ਜਾਵੇ। ਐਤਕੀ 10ਵੀਂ ਪਾਸ ਕਰ ਜਾਣੀ, ਮੈਨੂੰ ਪੂਰੀ ਉਮੀਦ ਆ, ਬੱਚਾ ਮੇਰਾ ਬਹੁਤ ਹੁਸ਼ਿਆਰ ਆ। ਓਕੇ, ਤੇ ਮੈਂ ਇਹੀ ਬੇਨਤੀ ਕਰਦਾ ਮੈਂ, ਨਹੀਂ ਤਾਂ ਜੇ ਸਰਕਾਰਾਂ ਕੁਝ ਵੀ ਮੇਰੇ ਵਾਸਤੇ ਨਹੀਂ ਕਰਦੀਆਂ ਤੇ ਆ ਜਿਹੜੇ ਮੈਡਲ ਆ, ਇਹ ਸਨਮਾਨ ਸਾਡਾ ਕਿਸੇ ਕੰਮ ਦਾ ਨਹੀਂ, ਇਹ ਅਸੀਂ ਸਰਕਾਰਾਂ ਨੂੰ ਵਾਪਸ ਕਰਾਂਗਾ ਮੈਂ। ਕਿਹਨਾਂ ਨੂੰ, ਰਾਸ਼ਟਰਪਤੀ ਤੱਕ ਜਾ ਕੇ ਵਾਪਸ ਕਰੋਗੇ? ਕੀ ਤੁਹਾਡਾ ਪਲਾਨ ਕੀ ਹੋਊਗਾ? ਮੈਂ ਆਪ ਜੀ ਮੀਡੀਆ ਦੀ ਸਹਾਇਤਾ ਦੇ ਨਾਲ, ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਤਾਂ ਮੈਂ ਇਹ ਕੈਪਟਨ ਸਾਹਿਬ ਤੱਕ, ਪੰਜਾਬ ਦੇ ਗਵਰਨਰ ਸਾਹਿਬ ਤੱਕ, ਜਿੱਥੋਂ ਤੱਕ ਵੀ ਪਹੁੰਚ ਹੋ ਸਕੀ ਤੁਹਾਡੀ ਸਹਾਇਤਾ ਨਾਲ ਮੈਂ ਜ਼ਰੂਰ ਪਹੁੰਚੂੰਗਾ ਜੀ। ਅੱਛਾ, ਮਤਲਬ ਕਿ ਜੇਕਰ ਤੁਹਾਡਾ ਇਹ ਕਹਿਣਾ ਕਿ ਜਿਹੜਾ ਤੁਹਾਨੂੰ ਸਨਮਾਨ ਇੱਕ ਦਿੱਤਾ ਗਿਆ, ਮੈਡਲ ਦਿੱਤਾ ਗਿਆ, ਜੇਕਰ ਤੁਹਾਡੀ ਕੋਈ ਸਰਕਾਰ ਤੁਹਾਡੀ ਕੋਈ ਬਾਂਹ ਨਹੀਂ ਫੜਦੀ ਜਾਂ ਪ੍ਰਸ਼ਾਸਨ ਤੁਹਾਡੀ ਕੋਈ ਬਾਂਹ ਨਹੀਂ ਫੜਦਾ, ਤੇ ਤੁਸੀਂ ਇਹ ਮੈਡਲ ਜਿਹੜੇ ਉਹ ਸਰਕਾਰ ਨੂੰ ਵਾਪਸ ਕਰ ਦੇਵੋਗੇ? ਬਿਲਕੁਲ ਜੀ, ਫਿਰ ਇਹ ਸਨਮਾਨ ਦਾ, ਸਾਨੂੰ ਫੋਕੇ ਸਨਮਾਨ ਦਾ ਕੀ ਫਾਇਦਾ? ਸਾਡੀ ਤੀਜੀ ਪੀੜ੍ਹੀ ਜਿਹੜੀ ਗਰੀਬੀ ਦੇ ਵਿੱਚ ਗੁਜ਼ਰ ਰਹੀ ਆ। ਮੇਰੇ ਦਾਦਾ ਜੀ ਨੇ ਦੇਸ਼ ਦੀ ਸੇਵਾ ਕੀਤੀ ਆ, ਦੂਸਰੀ ਵਰਲਡ ਵਾਰ ਰਲੀ ਆ। ਵਰਲਡ ਵਾਰ ਵਾਲੇ ਫੌਜੀਆਂ ਨੂੰ ਇਹਨਾਂ ਨੇ ਬੜਾ ਹਾਈਲਾਈਟ ਵੀ ਕੀਤਾ ਵੀ ਬਹੁਤ ਇਹਨਾਂ ਨੇ ਵੱਡੀ ਕੁਰਬਾਨੀ ਇਹਨਾਂ ਦੀ, ਪਰ ਉਸ ਕੁਰਬਾਨੀ ਦੇ ਬਦਲੇ ਦਿੱਤਾ ਕੀ ਇਹਨਾਂ ਨੇ ਸਾਨੂੰ?
ਮੈਂ ਤੇ ਹੋ ਗਿਆ ਸਰਕਾਰ ਦੇ ਨਾਲ ਤੁਸੀਂ ਜਿਵੇਂ ਚਿੱਠੀ ਪੱਤਰ ਜਾਂ ਹੋਰ ਰਾਬਤਾ ਕਰਦੇ ਰਹੇ ਹੋ, ਇੱਕ ਸਾਬਕਾ ਫੌਜੀਆਂ ਦੀਆਂ ਯੂਨੀਅਨ ਬਣੀਆਂ ਹੋਈਆਂ ਨੇ, ਉਹਨਾਂ ਨਾਲ ਤੁਸੀਂ ਕੋਈ ਰਾਬਤਾ ਕੀਤਾ? ਨਹੀਂ ਜੀ, ਉਹਨਾਂ ਨਾਲ ਕਿਸੇ ਨਾਲ ਮੈਂ ਰਾਬਤਾ ਨਹੀਂ ਕੀਤਾ। ਮੈਂ ਤਾਂ ਸਿਰਫ ਇਹੀ ਮਤਲਬ ਕੈਪਟਨ ਅਮਰਿੰਦਰ ਸਿੰਘ ਤੱਕ ਚਿੱਠੀ ਪੱਤਰ ਲਿਖਿਆ ਸੀ। ਉਹ ਮੇਰੇ ਦਾਦਾ ਜੀ ਪਹਿਲਾਂ ਮਹਿਕਮੇ ਨਾਲ ਜਾਂ ਫੌਜੀਆਂ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਦੀਆਂ, ਮੈਨੂੰ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਸੀ ਨਾ ਉਹ ਮੈਂ ਮਤਲਬ ਮੇਰੇ ਕੋਲੋਂ ਸਾਂਭੀਆਂ ਨਹੀਂ ਗਈਆਂ। ਓਕੇ, ਜੋ ਕਰਦੇ ਰਹੇ। ਓਕੇ, ਹਾਂਜੀ। ਬਾਕੀ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਹਾਈ ਕੋਰਟ ਕੇਸ ਪਾਓ ਤੁਸੀਂ। ਹਾਈ ਕੋਰਟ ਦੇ ਕੇਸ ਜਿਹੜੇ 2-2 ਸਾਲ 5-5 ਸਾਲ 10-10 ਸਾਲ ਲੱਗ ਜਾਂਦੇ ਜੀ। ਸਾਡਾ ਤਾਂ ਅੱਜ ਮਤਲਬ ਮੇਰੇ ਤਾਂ ਬੱਚਿਆਂ ਦੀ ਪੜ੍ਹਾਈ ਅੱਜ ਖਰਾਬ ਹੁੰਦੀ, ਮੇਰੇ ਘਰ ਦੀ ਹਾਲਤ ਦਾ ਸਭ ਨੂੰ ਤੁਹਾਨੂੰ ਪਤਾ ਹੀ ਆ। ਬਿਲਕੁਲ ਜੀ, ਬਿਲਕੁਲ। ਤੇ ਮੈਂ ਤਾਂ ਕਹਿੰਦਾ ਮੈਂ ਵੀ ਹਾਈ ਕੋਰਟ ਦੇ ਵਿੱਚ ਨਾਲੇ ਮੇਰੇ ਕੋਲ ਪੈਸੇ ਨਹੀਂ ਹੈਗੇ ਹੁਣ ਇੰਨੇ ਮੈਂ ਗਾਂਹ ਵਕੀਲਾਂ ਨੂੰ ਦੇ ਸਕਾਂ। 20-25 ਹਜ਼ਾਰ ਰੁਪਈਆ ਮੈਂ ਲੋਨ ਚੱਕ ਕੇ ਉੱਥੇ ਕੇਸ ਪਾਇਆ। ਓਕੇ, ਠੀਕ ਹੈ। ਤੇ ਤੁਸੀਂ ਕੋਈ ਆਪਣਾ ਨੰਬਰ ਜ਼ਰੂਰ ਬੋਲੋ, ਕਿਉਂਕਿ ਹੋ ਸਕਦਾ ਵਾ ਕਿ ਮੀਡੀਆ ਦੇ ਜ਼ਰੀਏ ਤੁਸੀਂ ਜੇਕਰ ਜਿਵੇਂ ਤੁਸੀਂ ਕਿਹਾ ਕਿ ਸਾਬਕਾ ਯੂਨੀਅਨ ਜਿਹੜੀ ਆ ਉਹਨਾਂ ਨੂੰ ਤੁਸੀਂ ਨਹੀਂ ਰਾਬਤਾ ਕਰ ਸਕੇ, ਤੁਸੀਂ ਆਪਣਾ ਨੰਬਰ ਬੋਲ ਦਿਓ ਤੇ ਨਾਲ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਜਿਹੜੇ ਯੂਨੀਅਨ ਜਿਹੜੇ ਫੌਜੀਆਂ ਸਾਬਕਾ ਫੌਜੀਆਂ ਦੇ ਲਈ ਲੜਦੇ ਨੇ, ਜਿਹੜੇ ਰਿਟਾਇਰ ਹੋਏ ਫੌਜੀ ਉਹਨਾਂ ਦੇ ਲਈ ਜੇ ਕੋਈ ਲੋੜ ਪੈਂਦੀ ਉਹਨਾਂ ਦੇ ਪਰਿਵਾਰਾਂ ਵਾਸਤੇ ਲੜਦੇ ਨੇ, ਕਾਫੀ ਯੂਨੀਅਨਸ ਨੇ, ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ? ਤੇ ਨਾਲ ਆਪਣਾ ਨੰਬਰ ਵੀ ਜ਼ਰੂਰ ਬੋਲ ਦਿਓ ਤਾਂ ਕਿ ਤੁਹਾਡੇ ਨਾਲ ਜੇ ਹੋਰ ਵੀ ਕੋਈ ਤੁਹਾਡੀ ਸਹਾਇਤਾ ਕਰ ਸਕਦਾ ਹੋਵੇ ਤਾਂ ਤੁਹਾਡੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰ ਸਕੇ। ਹਾਂਜੀ, ਮੈਂ ਜਿਹੜੀਆਂ ਯੂਨੀਅਨਾਂ ਬਣੀਆਂ ਵਾ ਰਿਟਾਇਰ ਫੌਜੀਆਂ ਦੀਆਂ, ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਮੇਰੇ ਦਾਦਾ ਜੀ ਦੀ ਕੁਰਬਾਨੀ ਨੂੰ ਮੁੱਖ ਰੱਖਦਾ ਆ। ਸਾਡੇ ਪਰਿਵਾਰ ਦੀ ਜਿਹੜੀ ਗਰੀਬੀ ਆ, ਗੁਰਬਤ ਨੂੰ ਦੂਰ ਕੀਤਾ ਜਾਵੇ ਤੁਹਾਡੀ ਯੂਨੀਅਨਾਂ ਦੀ ਸਹਾਇਤਾ ਦੇ ਨਾਲ। ਤੁਸੀਂ ਵੀ ਫੌਜੀ ਹੋ, ਕੈਪਟਨ ਸਾਹਿਬ ਖੁਦ ਫੌਜੀ ਹੋ, ਫੌਜੀਆਂ ਦਾ ਦਰਦ ਜਾਣਦੇ ਆ ਵੀ ਕਿਵੇਂ ਪਰਿਵਾਰ ਤੋਂ ਵੱਖ ਹੋ ਕੇ ਦੇਸ਼ ਦੀ ਭਲਾਈ ਵਾਸਤੇ, ਆਪਣੇ ਪਰਿਵਾਰ ਦੀ ਭਲਾਈ ਵਾਸਤੇ ਇਹ ਮੈਂ ਤਲੀ ਤੇ ਜਾਣੀ ਜਾਨ ਰੱਖ ਕੇ ਜਿਹੜੀ ਉਹ ਲੜਦੇ ਆ। ਬਿਲਕੁਲ। ਤੇ ਮੈਂ ਬੇਨਤੀ ਕਰਦਾ, ਮੇਰਾ ਕੰਟੈਕਟ ਨੰਬਰ ਹੈਗਾ ਵਾ 8438 82004। ਦੁਬਾਰਾ ਫਿਰ ਬੋਲ ਦਿਓ ਇੱਕ ਵਾਰੀ। 8438 82004। ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਜਿੰਨੀ ਵੀ ਵੱਧ ਤੋਂ ਵੱਧ ਹੋ ਸਕਦੀ ਆ ਮਦਦ ਕੀਤੀ ਜਾਵੇ। ਕੈਪਟਨ ਸਾਹਿਬ ਨੂੰ ਖਾਸ ਕਰਕੇ ਠੀਕ ਹੈ ਜੀ। ਬੇਨਤੀ ਕਰਦਾ ਵਾਂ ਕਿ ਵੀ ਕੁਲਬੀਰ ਸਿੰਘ ਜ਼ੀਰਾ ਨੂੰ ਮੈਂ ਇੱਕ ਫਾਈਲ ਵੀ ਦਿੱਤੀ ਸੀਗੀ ਜੀ ਇਹੀ ਮੇਰੇ ਕੇਸ ਦੀ, ਓਕੇ, ਵੀ ਮੇਰਾ ਕੋਈ ਹੱਲ ਕਰਵਾਇਆ ਜਾਵੇ। ਉਹਨਾਂ ਨੇ ਕੀ ਤੁਹਾਨੂੰ ਅੱਗੋਂ ਉੱਤਰ ਦਿੱਤਾ? ਉਹਨਾਂ ਨੂੰ ਮੈਂ ਖੁਦ ਨਹੀਂ, ਇੱਥੇ ਆਏ ਸੀਗੇ ਇੱਕ ਵਾਰ, ਉਹਨਾਂ ਨੂੰ ਮੈਂ ਕਿਹਾ ਸੀਗਾ ਤੇ ਉਹ ਕਹਿੰਦੇ ਸੀ ਵੀ ਤੁਸੀਂ ਉੱਥੇ ਆਇਓ ਤੇ ਫਿਰ ਮਿਲਾਂਗੇ। ਉਹ ਫਾਈਲ ਮੁੜ ਕੇ ਸਾਡੇ ਇੱਥੇ ਪਿੰਡ ਦੇ ਲਖਵਿੰਦਰ ਸਿੰਘ ਜੌੜਾ ਚੇਅਰਮੈਨ, ਹਾਂਜੀ ਹਾਂਜੀ, ਉਹਨਾਂ ਨੂੰ ਫਾਈਲ ਮੈਂ ਦਿੱਤੀ ਸੀ। ਉਹ ਕਹਿੰਦੇ ਸੀ ਮੈਂ ਪਹੁੰਚਾ ਦੂੰਗਾ। ਤੇ ਉਸ ਚੀਜ਼ ਨੂੰ ਵੀ ਸਾਲ ਹੋ ਗਿਆ ਜੀ ਫਾਈਲ ਦਿੱਤੀ ਹੋਈ ਨੂੰ। ਓਕੇ, ਤੁਸੀਂ ਇਹ ਜਿਹੜੀ ਫਾਈਲ ਆ ਲਖਵਿੰਦਰ ਸਿੰਘ ਜੌੜਾ ਨੂੰ ਸਬਮਿਟ ਕੀਤੀ? ਹਾਂਜੀ ਹਾਂਜੀ, ਬਿਲਕੁਲ। ਅੱਛਾ, ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਜਵਾਬ ਤੁਹਾਨੂੰ ਜਿਹੜਾ ਨਹੀਂ ਦਿੱਤਾ? ਨਹੀਂ, ਕਹਿੰਦੇ ਸੀਗੇ ਵੀ ਕੋਈ ਨਹੀਂ, ਵੀ ਆਪਾਂ ਮਿਲਾਂਗੇ ਜਾਵਾਂਗੇ, ਪਰ ਮਤਲਬ ਨਾ ਤਾਂ ਉਹਨਾਂ ਨੇ ਮਤਲਬ ਜਵਾਬ ਹੀ ਦਿੱਤਾ ਵਾ ਤੇ ਨਾ ਕੋਈ ਹਾਂ ਪੱਖੀ ਗੱਲ ਹੀ ਹਜੇ ਤੱਕ ਆਈ। ਮਤਲਬ ਕਿ ਜਿੰਨਿਆਂ ਨੇ ਵੀ ਤੁਸੀਂ ਜਿੰਨਿਆਂ ਤੱਕ ਵੀ ਪਹੁੰਚ ਕੀਤੀ ਹੈ ਸਾਰਿਆਂ ਨੇ ਤੁਹਾਨੂੰ ਅਜੇ ਤੱਕ ਇੱਕ ਉਹਨਾਂ ਨੇ ਹੋਲਡ ਦੇ ਉੱਤੇ ਹੀ ਰੱਖਿਆ ਹੋਇਆ, ਕਿਸੇ ਨੇ ਤੁਹਾਨੂੰ ਕੋਈ ਜਵਾਬ ਹਾਂ ਜਾਂ ਨਾ ਦਾ ਨਹੀਂ ਦਿੱਤਾ? ਬਿਲਕੁਲ ਜੀ, ਬਿਲਕੁਲ। ਓਕੇ ਜੀ। ਹੋਰ ਕੋਈ ਗੱਲ ਜੇ ਕੋਈ ਰਹਿ ਗਈ ਹੋਵੇ ਤੁਸੀਂ ਕਹਿਣੀ ਚਾਹੁੰਦੇ ਹੋਵੋ, ਕਿਸੇ ਕੋਈ ਵੀ ਗੱਲ ਮੀਡੀਆ ਜਾਂ ਪ੍ਰਸ਼ਾਸਨ ਨੂੰ ਜਾਂ ਹੋਰ ਕਿਸੇ ਵੀ ਸ਼ਖਸ ਨੂੰ ਜੇ ਕੋਈ ਆਪਣੀ ਦਰਦ ਦੱਸਣਾ ਚਾਹੁੰਦੇ ਹੋ ਜਾਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਅੱਜ ਮੀਡੀਆ ਦੇ ਜ਼ਰੀਏ ਕਹਿ ਸਕਦੇ ਹੋ। ਬਸ ਜੀ, ਮੈਂ ਇਹੀ ਬੇਨਤੀ ਕਰਦਾ ਵਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਜਿਹੜੀਆਂ ਯੂਨੀਅਨਾਂ ਵਾ ਰਿਟਾਇਰ ਫੌਜੀਆਂ ਦੀਆਂ, ਉਹਨਾਂ ਅੱਗੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਤੇ ਇੱਕ ਮੈਂ SBS ਸਰਬੱਤ ਦਾ ਭਲਾ ਟਰੱਸਟ ਦੇ ਜਿਹੜੇ ਆਪਣੇ ਚੇਅਰਮੈਨ ਹੈਗੇ ਆ ਉਬਰਾਏ ਸਾਹਿਬ, ਹਾਂਜੀ, ਉਹ ਬਹੁਤ ਲੋਕਾਂ ਦੀ ਸੇਵਾ ਕਰ ਰਹੇ ਆ। ਹਾਂਜੀ। ਤੇ ਸਾਡੀ ਵੀ ਜਿਹੜੀ ਦੇਸ਼ ਦੇ ਹਿੱਤ ਵਿੱਚ ਮੇਰੇ ਦਾਦਾ ਜੀ ਦੀ ਜਿਹੜੀ ਕੁਰਬਾਨੀ ਸੇਵਾ ਸੀ, ਉਸ ਨੂੰ ਵੇਖਦੇ ਹੋਏ ਜੇ ਕੁਛ ਮੇਰੀ ਮਦਦ ਕਰ ਸਕਦੇ ਆ ਤੇ ਜ਼ਰੂਰ ਕਰਨ। ਓਕੇ, ਬਲਕਿ ਇਹੀ ਤੁਹਾਡੀ ਅਪੀਲ ਆ? ਹਾਂਜੀ, ਠੀਕ ਹੈ ਜੀ। ਦਰਸ਼ਕੋ, ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਵੀਰ ਦੀ, ਜਿਵੇਂ ਵੀ ਇਹਨਾਂ ਨੇ ਦੱਸਿਆ ਕਿ ਇੱਥੋਂ ਤੱਕ ਵੀ ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਸਨਮਾਨ ਇੱਕ ਫੌਜੀ ਵਾਸਤੇ ਮੈਡਲ ਲੈਣਾ ਜਿਹੜਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਆ। ਤੇ ਇਹਨਾਂ ਦਾ ਕਹਿਣਾ ਵਾ ਤੇ ਗੱਲ ਬਿਲਕੁਲ ਜਾਇਜ਼ ਵੀ ਆ ਕਿ ਜੇਕਰ ਮੈਡਲ ਫੂਕਿਆਂ ਦਾ ਕੀ ਫਾਇਦਾ ਜੇਕਰ ਘਰ ਦਾ ਪਰਿਵਾਰ ਜਿਹੜਾ ਉਹ ਆਰਥਿਕ ਤੰਗੀਆਂ ਦੇ ਵਿੱਚ ਵਾ, ਪਰਿਵਾਰ ਜਿਹੜਾ ਵਾ ਉਹ ਪੜ੍ਹਾਈ ਦਾ ਖਰਚਾ ਪੂਰਾ ਨਹੀਂ ਕਰ ਸਕਦਾ, ਸਰਕਾਰ ਵੱਲੋਂ ਕੋਈ ਵੀ ਇੱਦਾਂ ਦੀ ਇਹਨਾਂ ਨੂੰ ਕੋਈ ਚੀਜ਼ ਪ੍ਰੋਵਾਈਡ ਨਹੀਂ ਕਰਾਈ ਗਈ ਆਰਥਿਕ ਤੌਰ 'ਤੇ ਜਿਹਦੇ ਨਾਲ ਇਹਨਾਂ ਦਾ ਪਰਿਵਾਰ ਜਿਹੜਾ ਉਹ ਸਹੀ ਚੱਲ ਸਕੇ, ਤਾਂ ਫਿਰ ਇਹੋ ਜਿਹੇ ਮੈਡਲ ਵੀ ਜਿਹੜੇ ਨੇ ਉਹ ਕਿਸੇ ਸ਼ਾਇਦ ਕੰਮ ਦੇ ਨਹੀਂ ਰਹਿੰਦੇ। ਤੇ ਇਹਨਾਂ ਦਾ ਇਸੇ ਕਰਕੇ ਹੀ ਇਹ ਕਹਿ ਰਹੇ ਨੇ ਕਿ ਜਿਹੜੇ ਮੈਡਲ ਆ ਉਹ ਵੀ ਇਹ ਵਾਪਸ ਕਰ ਦੇਣਗੇ ਸਰਕਾਰ ਨੂੰ ਜੇਕਰ ਇਹਨਾਂ ਦਾ ਮਸਲਾ ਹੱਲ ਜਿਹੜਾ ਉਹ ਨਹੀਂ ਹੁੰਦਾ। ਇਹਨਾਂ ਦੀ ਸਹਾਇਤਾ
ਨਹੀਂ ਕੀਤੀ ਜਾਂਦੀ। ਅਸੀਂ ਵੀ ਮੀਡੀਆ ਦੇ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਇਹਨਾਂ ਦੀ ਬਾਂਹ ਫੜੀ ਜਾਵੇ, ਤਾਂ ਜੋ ਹੋਰ ਜਿਹੜੇ ਵੀ ਨਵੇਂ ਵੀਰ, ਨਵੇਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ, ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਦਾ ਮਨੋਬਲ ਵੀ ਬਣੇ ਔਰ ਉਹਨਾਂ ਦੇ ਵਿੱਚ ਦੇਸ਼ ਲਈ ਲੜਨ ਦੀ ਭਾਵਨਾ ਜਿਹੜੀ ਉਹ ਜਾਗੇ। ਕਿਉਂਕਿ ਜੇਕਰ ਇੱਕ ਫੌਜੀ ਦੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਬਿਹੇਵ ਹੁੰਦਾ ਵਾ, ਇਸ ਤਰ੍ਹਾਂ ਦਾ ਉਹਨਾਂ ਦੇ ਨਾਲ ਵਰਤਾਰਾ ਕੀਤਾ ਜਾਂਦਾ, ਤਾਂ ਹੋਰਾਂ ਦਾ ਦਿਲ ਵੀ ਜ਼ਰੂਰ ਟੁੱਟੂਗਾ ਇਸ ਚੀਜ਼ ਨੂੰ ਦੇਖ ਕੇ। ਇਸ ਕਰਕੇ ਅਸੀਂ ਵੀ ਮੀਡੀਆ ਦੇ ਰਾਹੀਂ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਬਾਂਹ ਜਿਹੜੀ ਆ ਉਹ ਜਲਦੀ ਤੋਂ ਜਲਦੀ ਫੜੀ ਜਾਵੇ। ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ।